ਅੰਮ੍ਰਿਤਸਰ ਦੇ ਡੀਏਵੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ। ਮੈਸੇਜ ਸੋਸ਼ਲ ਮੀਡੀਆ ਤੇ ਹੋਇਆ ਵਾਇਰਲ। ਹਰਕਤ 'ਚ ਆਏ ਪੁਲਿਸ ਪ੍ਰਸ਼ਾਸਨ ਨੇ ਸਕੂਲ ਦੇ ਬਾਹਰ ਸੁਰੱਖਿਆ ਬਲ ਕੀਤੇ ਤਾਇਨਾਤ। ਸਾਈਬਰ ਸੈੱਲ ਵੱਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਾ ਹੈ ਕਿ ਸਕੂਲ ਦੇ ਹੀ ਕੁਝ ਵਿਦਿਆਰਥੀਆਂ ਨੇ ਫੈਲਾਈ ਸੀ ਅਫਵਾਹ। ਸੰਦੇਸ਼ ਦੇ ਹੇਠਾਂ ਪਾਕਿਸਤਾਨ ਦਾ ਝੰਡਾ ਵੀ ਲਗਾਇਆ ਗਿਆ ਸੀ ਅਤੇ ਸੰਦੇਸ਼ ਅੰਗਰੇਜ਼ੀ ਦੇ ਨਾਲ-ਨਾਲ ਉਰਦੂ 'ਚ ਵੀ ਲਿਖਿਆ ਗਿਆ ਸੀ। ਪੁਲਿਸ ਨੇ 3 ਘੰਟਿਆਂ 'ਚ ਮਾਮਲਾ ਕੀਤਾ ਟ੍ਰੇਸ। ਜਲੰਧਰ ਦੇ ਮਾਡਲ ਹਾਊਸ ਦੇ ਰਿਹਾਇਸ਼ੀ ਇਲਾਕੇ ਵਿੱਚ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਦਾ ਲੋਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੀਤਾ ਜਾ ਰਿਹਾ ਸੀ ਵਿਰੋਧ, ਪਰ ਇਸ ਦੇ ਬਾਵਜੂਦ ਠੇਕੇ ਨੂੰ ਨਹੀਂ ਕੀਤਾ ਗਿਆ ਸ਼ਿਫਟ। ਠੇਕਾ ਖੁੱਲ੍ਹਣ ਤੋਂ ਬਾਅਦ ਲੋਕਾਂ ਦਾ ਗੁੱਸੇ ਨੇ ਲਿਆ ਭਿਆਨਕ ਰੂਪ। ਠੇਕੇ ਸੰਬੰਧੀ ਨਿਯਮ ਸਮਝਾਉਣ ਆਏ ਐਕਸਾਈਜ਼ ਇੰਸਪੈਕਟਰ ਸਮੇਤ ਵਿਭਾਗੀ ਸਟਾਫ ਨੂੰ ਲੋਕਾਂ ਨੇ ਦੌੜਾ ਕੇ ਕੁੱਟਿਆ। ਦੋਵਾਂ ਧਿਰਾਂ ਦੇ ਜ਼ਖਮੀ ਹੋਏ ਵਿਅਕਤੀਆਂ ਵੱਲੋਂ ਸਿਵਲ ਹਸਪਤਾਲ 'ਚ ਕਰਵਾਈ MLR। ਮੋਹਾਲੀ 'ਚ ਝੂਲਾ ਡਿੱਗਣ ਦੇ ਮਾਮਲੇ 'ਚ ਲੱਖਾਂ ਰੁਪਏ ਦੀ ਕੀਮਤ ਵਾਲਾ ਝੂਲਾ ਹੁਣ ਕੇਸ ਪ੍ਰਾਪਰਟੀ ਵਜੋਂ ਸਬੰਧਿਤ ਥਾਣੇ ਦੇ ਕਬਜ਼ੇ 'ਚ ਰਹੇਗਾ। ਦੂਜੇ ਪਾਸੇ ਅਦਾਲਤ ਨੇ ਮਾਮਲੇ ਦੇ 3 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਕੀਤੀ ਮਨਜ਼ੂਰ। ਇਸ ਮਾਮਲੇ 'ਚ ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਸੀ ਗ੍ਰਿਫਤਾਰ। ਸਿੱਧ ਬਾਬਾ ਸੋਡਲ ਦੇ ਮੇਲੇ ਨੂੰ ਲੈ ਕੇ ਟ੍ਰੈਫਿਕ ਪੁਲਿਸ ਨੇ ਕੀਤੀਆਂ ਤਿਆਰੀਆਂ। ਟ੍ਰੈਫਿਕ ਪੁਲਿਸ ਨੇ ਮੰਦਿਰ ਨੂੰ ਜਾਣ ਵਾਲੇ ਰਸਤਿਆਂ ਨੂੰ 3 ਦਿਨ ਲਈ ਕੀਤਾ ਡਾਇਵਰਟ। ਟ੍ਰੈਫਿਕ ਪੁਲਿਸ ਨੇ 6 ਪਾਰਕਿੰਗ ਸਥਾਨਾਂ ਦੀ ਸੂਚੀ ਕੀਤੀ ਤਿਆਰ। ਅੱਜ ਤੋਂ ਸੋਡਲ ਦੇ ਮੇਲੇ ਦੀ ਹੋਈ ਸ਼ੁਰੂਆਤ, ਜਦਕਿ ਰਸਮੀ ਤੌਰ ਤੇ 9 ਸਤੰਬਰ ਨੂੰ ਜਲੰਧਰ 'ਚ ਸੋਡਲ ਦਾ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ। ਅੰਮ੍ਰਿਤਸਰ 'ਚ ਨਿਹੰਗਾਂ ਨੇ ਕੀਤਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ। ਮਾਮੂਲੀ ਬਹਿਸ ਤੋਂ ਬਾਅਦ ਨੌਜਵਾਨ ਤੇ ਕਿਰਪਾਨਾਂ ਨਾਲ ਕੀਤਾ ਹਮਲਾ। ਘਟਨਾ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਵਾਪਰੀ। ਪੰਜਾਬ ਭਾਜਪਾ ਦੇ ਪੁਨਰਗਠਨ ਦਾ ਪੇਚ ਅਜੇ ਨਹੀਂ ਸੁਲਝਿਆ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਦੀ ਉਮੀਦ 'ਚ ਦਿੱਲੀ ਗਏ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਬਿਨਾਂ ਮੁਲਾਕਾਤ ਹੀ ਪਰਤੇ। ਪਿਛਲੇ ਹਫ਼ਤੇ ਤੋਂ ਅਸ਼ਵਨੀ ਸ਼ਰਮਾ ਬੈਠੇ ਸਨ ਦਿੱਲੀ। ਜਨਰਲ ਸਕੱਤਰ ਸ਼੍ਰੀਨਿਵਾਸਨ ਅਤੇ ਜੀਵਨ ਗੁਪਤਾ ਵੀ ਲਗਾ ਚੁੱਕੇ ਦਿੱਲੀ ਦੇ ਗੇੜੇ। ਮੋਹਾਲੀ 'ਚ ਮੇਲੇ ਦੌਰਾਨ ਝੂਲਾ ਡਿੱਗਣ ਦੀ ਘਟਨਾ ਤੋਂ ਬਾਅਦ ਮਾਨ ਸਰਕਾਰ ਹੋਈ ਸਖਤ। ਮੁੱਖ ਮੰਤਰੀ ਮਾਨ ਨੇ ਸੂਬੇ ਵਿੱਚ ਲੱਗਣ ਵਾਲੇ ਮੇਲਿਆਂ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਰਦੇਸ਼। ਬਿਨਾਂ ਮਨਜ਼ੂਰੀ ਮੇਲਾ ਲਾਉਣ ਵਾਲਿਆਂ ਤੇ ਹੋਵੇਗਾ ਕੇਸ ਦਰਜ। ਮੇਲੇ ਦੌਰਾਨ ਝੂਲੇ ਲਾਏ ਜਾਂਦੇ ਹਨ ਤਾਂ ਮਨਜ਼ੂਰੀ ਦੇ ਹਿਸਾਬ ਨਾਲ ਹੀ ਹੋਣਗੇ ਨਿਯਮ। ਹਰ ਜ਼ਿਲ੍ਹੇ 'ਚ ਮੇਲੇ ਲਈ ਵੱਖਰੇ ਤੌਰ ਤੇ ਬਣੇਗੀ ਕਮੇਟੀ, ਜਿਸ 'ਚ DC, SDM ਅਤੇ SSP ਸਮੇਤ ਹੋਣਗੇ ਉੱਚ ਅਧਿਕਾਰੀ। ਸਾਬਕਾ DGP VK ਭਾਵਰਾ ਨੇ ਸੂਬਾ ਸਰਕਾਰ ਵੱਲੋਂ ਜਾਰੀ ਨੋਟਿਸ ਦਾ ਦਿੱਤਾ ਜਵਾਬ 'ਚ ਕਈ ਤਰ੍ਹਾਂ ਦੇ ਖੜੇ ਕੀਤੇ ਸਵਾਲ। ਸਰਕਾਰ ਦੇ ਨੋਟਿਸ ਦਾ ਜਵਾਬ ਦਿੰਦਿਆਂ ਪੁੱਛੇ 2 ਦਰਜਨ ਤੋਂ ਜ਼ਿਆਦਾ ਸਵਾਲ। ਹਾਲ ਹੀ ਵਿੱਚ ਭਾਵਰਾ ਨੂੰ ਸੂਬਾ ਸਰਕਾਰ ਵੱਲੋਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਲਾਇਆ ਗਿਆ ਸੀ ਚੇਅਰਮੈਨ। 2 ਮਹੀਨੇ ਪਹਿਲਾਂ ਗਏ ਸਨ ਛੁੱਟੀ ਤੇ। ਉਹਨਾਂ ਨੇ ਕੇਂਦਰੀ ਡਿਪੂਟੇਸ਼ਨ ਦੀ ਕੀਤੀ ਸੀ ਮੰਗ। ਹੁਣ 2 ਮਹੀਨੇ ਦੀ ਛੁੱਟੀ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਲਾਇਆ ਚੇਅਰਮੈਨ। ਈਡੀ ਵੱਲੋਂ ਪੰਜਾਬ ਵਿੱਚ ਲਗਾਤਾਰ ਕੀਤੀ ਜਾ ਰਹੀ ਛਾਪੇਮਾਰੀ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਘਰਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਅੱਜ ਈਡੀ ਨੇ ਵਿਧਾਇਕ ਜਸਵੰਤ ਸਿੰਘ ਗੱਡਨ ਮਾਜਰਾ ਦੇ ਘਰ ਕੀਤੀ ਛਾਪੇਮਾਰੀ। ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਟਿਕਾਣਿਆਂ ਤੇ ਈਡੀ ਦੀ ਵੱਖ-ਵੱਖ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ ਤਲਾਸ਼ੀ। ਅੱਜ ਸਵੇਰੇ 8 ਵਜੇ ਈਡੀ ਦੀਆਂ ਟੀਮਾਂ ਵੱਲੋਂ ਅਮਰਗੜ੍ਹ ਵਿਧਾਨ ਸਭਾ ਹਲਕਾ ਮਲੇਰਕੋਟਲਾ 'ਚ ਕੀਤੀ ਗਈ ਛਾਪੇਮਾਰੀ। ਵਿਧਾਇਕ ਦੇ ਨਾਲ ਪੰਜਾਬ 'ਚ ਕੁਝ ਹੋਰ ਥਾਵਾਂ ਤੇ ਵੀ ਈਡੀ ਦਾ ਸਰਚ ਆਪਰੇਸ਼ਨ ਜਾਰੀ। ਈਡੀ ਦੀ ਟੀਮ ਵੱਲੋਂ ਲੁਧਿਆਣਾ ਗੱਜਣ ਮਾਜਰਾ 'ਚ ਵਿਧਾਇਕ ਦੇ ਘਰ ਅਤੇ ਵਿਧਾਇਕ ਦੇ ਪਾਇਨੀਅਰ ਸਕੂਲ ਦੀ ਵੀ ਲਈ ਜਾ ਰਹੀ ਹੈ ਤਲਾਸ਼ੀ 'ਚ ਮਿਲੇ ਕਾਫੀ ਦਸਤਾਵੇਜ਼। ਫਿਰੋਜ਼ਪੁਰ ਦੇ ਪਿੰਡ ਸਭਰਾਵਾ ਵਿਖੇ ਜ਼ਮੀਨ ਨੂੰ ਲੈ ਕੇ ਚੱਲੀਆਂ ਗੋਲੀਆਂ ਅਤੇ ਇੱਕੋ ਪਰਿਵਾਰ ਦੇ 2 ਮੈਂਬਰਾਂ ਦੀ ਹੋਈ ਮੌਤ, ਜਦਕਿ 2 ਵਿਅਕਤੀ ਗੰਭੀਰ ਜ਼ਖਮੀ। ਗੋਲੀਆਂ ਸਿੱਧੀਆਂ ਛਾਤੀ 'ਚ ਲੱਗਣ ਨਾਲ 2 ਵਿਅਕਤੀਆਂ ਦੀ ਮੌਤ। ਪੀੜਤ ਪਰਿਵਾਰ ਨੇ ਦੱਸਿਆ ਕਿ 15-20 ਹਥਿਆਰਬੰਦ ਵਿਅਕਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਲਈ ਆਏ ਸਨ ਅਤੇ ਆਉਂਦੇ ਹੀ ਚਲਾਈਆਂ ਨੇਵਾਂ ਗੋਲੀਆਂ। ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ Z+ ਸ਼੍ਰੇਣੀ ਦੀ VIP ਸੁਰੱਖਿਆ ਕੀਤੀ ਪ੍ਰਦਾਨ। ਕੋਵਿੰਦ ਨੂੰ ਅਖਿਲ ਭਾਰਤੀ ਆਧਾਰ ਤੇ ਹਥਿਆਰਬੰਦ ਸੁਰੱਖਿਆ ਕੀਤੀ ਪ੍ਰਦਾਨ। ਗ੍ਰਹਿ ਮੰਤਰਾਲਾ ਨੇ ਹਾਲ ਹੀ 'ਚ ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਕੀਤੀ ਗਈ ਸਿਫਾਰਿਸ਼ ਦੇ ਆਧਾਰ ਤੇ ਸੁਰੱਖਿਆ ਨੂੰ ਦਿੱਤੀ ਮਨਜ਼ੂਰੀ। DRDO ਅਤੇ ਫੌਜ ਨੇ ਅੱਜ ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਕੁਇਕ ਰਿਐਕਸ਼ਨ ਮਿਜ਼ਾਈਲ ਦੇ 6 ਪ੍ਰੀਖਣ ਸਫਲਤਾਪੂਰਵਕ ਕੀਤੇ ਪੂਰੇ। ਇਹ ਟੈਸਟ ਓਡੀਸ਼ਾ ਦੇ ਚਾਂਦੀਪੁਰ ਵਿਖੇ ਏਕੀਕ੍ਰਿਤ ਟੈਸਟ ਰੇਂਜ ਵਿੱਚ ਕੀਤੇ। ਪ੍ਰੀਖਣ ਦੌਰਾਨ ਤੇਜ਼ ਗਤੀ ਨਾਲ ਉੱਡਣ ਵਾਲੇ ਟੀਚਿਆਂ ਤੇ ਵੀ ਨਿਸ਼ਾਨਾ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਤਨਖਾਹ ਨਾ ਦੇਣ ਬਾਰੇ ਆਈਆਂ ਖਬਰਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਤੇ ਬੋਲਿਆ ਹਮਲਾ। ਕਿਹਾ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਰਥਿਕ ਸੰਕਟ 'ਚੋਂ ਲੰਘ ਰਹੀ ਹੈ ਅਤੇ ਉਸਨੇ ਅਜੇ ਤੱਕ ਆਪਣੇ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਨਹੀਂ ਦਿੱਤੀ ਤਨਖਾਹ। ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਰਿਆਸੀ ਜ਼ਿਲ੍ਹੇ 'ਚ ਅੱਜ 3.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਹੋਏ ਮਹਿਸੂਸ। ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਰਿਆਣਾ ਦੇ ਆਦਮਪੁਰ 'ਚ ਕੱਢੀ ਤਿਰੰਗਾ ਯਾਤਰਾ। ਆਦਮਪੁਰ ਦੇ ਕ੍ਰਾਂਤੀ ਚੌਂਕ ਤੋਂ ਇਹ ਤਿਰੰਗਾ ਯਾਤਰਾ ਸ਼ੁਰੂ ਹੋਈ। ਇਸ ਯਾਤਰਾ 'ਚ ਲੋਕਾਂ ਦਾ ਹੋਇਆ ਵੱਡਾ ਇਕੱਠ। ਕੇਜਰੀਵਾਲ ਅਤੇ ਮਾਨ 2 ਦਿਨਾਂ ਹਰਿਆਣਾ ਦੌਰੇ ਤੇ। ਦੋਹਾਂ ਨੇ ਬੀਤੇ ਦਿਨ ਨੂੰ ਹਿਸਾਰ ਤੋਂ ਮੇਕ ਇੰਡੀਆ ਨੰਬਰ 1 ਮੁਹਿੰਮ ਦੀ ਕੀਤੀ ਸੀ ਸ਼ੁਰੂਆਤ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ TMC ਮੁਖੀ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਜੰਮ ਕੇ ਕੱਢੀ ਪੜਾਸ। ਅੱਜ ਸ਼ਾਮ ਦਿੱਲੀ ਦੀ ਡਿਊਟੀ ਸਟਰੀਟ ਤੇ ਹੋਣ ਵਾਲੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਉਦਘਾਟਨ ਸਮਾਰੋਹ ਦੇ ਸੱਦੇ ਦੀ ਭਾਸ਼ਾ ਤੇ ਕੀਤੀ ਨਾਰਾਜ਼ਗੀ ਜ਼ਾਹਿਰ। ਕਿਹਾ ਉਹ ਬੰਧੂਆ ਮਜ਼ਦੂਰ ਨਹੀਂ। ਉਹਨਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਦਿੱਤਾ ਵੱਡਾ ਬਿਆਨ। ਕਿਹਾ ਕਿ ਉਹ ਬੰਗਾਲ ਤੋਂ ਕਰਨਗੇ ਇੱਕ ਖੇਡ ਸ਼ੁਰੂ। ਹਿਮੰਤ ਸੋਰੇਨ, ਅਖਿਲੇਸ਼ ਯਾਦਵ, ਨਿਤਿਸ਼ ਕੁਮਾਰ ਅਤੇ ਹੋਰ ਸਹਿਯੋਗੀ ਹੋਣਗੇ ਇਕਜੁੱਟ। ਫਿਰ ਭਾਜਪਾ ਦੀ ਕਿਵੇਂ ਬਣੇਗੀ ਸਰਕਾਰ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਲਾਏ ਦੋਸ਼। ਕਿਹਾ ਦੇਸ਼ ਦੇ 80% ਤੋਂ ਵੱਧ ਸਰਕਾਰੀ ਸਕੂਲ ਕਬਾੜਖਾਨਿਆਂ ਤੋਂ ਵੀ ਮਾੜੇ। ਹੁਣ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਧਰਮਿੰਦਰ ਪ੍ਰਧਾਨ ਨੇ ਕੇਜਰੀਵਾਲ ਦੇ ਉਸ ਬਿਆਨ ਤੇ ਦਿੱਤਾ ਤਿੱਖਾ ਜਵਾਬ। ਕਿਹਾ ਸਕੂਲਾਂ ਨੂੰ ਕਬਾੜਖਾਨਾ ਕਿਹਾ ਜਾਂਦਾ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਵਿਚਾਲੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ। ਦੋਵਾਂ ਪਾਰਟੀਆਂ ਨੇ ਇੱਕ ਦੂਜੇ ਤੇ ਲਾਏ ਗੰਭੀਰ ਦੋਸ਼। ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ EWS ਕੋਟੇ ਤੋਂ ਰਾਖਵੇਂ ਕਰਨ ਸੰਬੰਧੀ ਸੁਣਵਾਈ ਹੋਈ 13 ਸਤੰਬਰ ਨੂੰ। ਇਸ ਤੋਂ ਪਹਿਲਾਂ ਅੱਜ ਇੱਕ ਵਾਰ ਫਿਰ ਇਹ ਮੁੱਦਾ ਸੁਪਰੀਮ ਕੋਰਟ 'ਚ ਆਇਆ ਚਰਚਾ 'ਚ। ਇਸ ਦੌਰਾਨ ਸੁਪਰੀਮ ਕੋਰਟ ਨੇ ਦਿੱਤੀ ਅਟਾਰਨੀ ਜਨਰਲ ਕੇ ਵੈਨੁਗੋਪਾਲ ਦੇ 3 ਸਵਾਲਾਂ ਨੂੰ ਮਨਜ਼ੂਰੀ ਕਿ ਸੂਬਾ ਸਰਕਾਰ ਨੂੰ ਆਰਥਿਕ ਆਧਾਰ ਤੇ ਰਾਖਵਾਂਕਰਨ ਦੇਣ ਦਾ ਅਧਿਕਾਰ ਦਿੰਦੇ ਹੋਏ ਸੰਵਿਧਾਨ ਦੇ ਮੂਲ ਢਾਂਚੇ ਨਾਲ ਕੀਤੀ ਗਈ ਛੇੜਛਾੜ, ਕਿ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸੰਸਥਾਵਾਂ ਵਿੱਚ ਰਾਖਵੇਂਕਰਨ ਦੀ ਵਿਸ਼ੇਸ਼ ਵਿਵਸਥਾ ਨੂੰ ਰਾਜਾਂ ਨੂੰ ਸੌਂਪਣਾ ਸੰਵਿਧਾਨ ਦੇ ਮੂਲ ਢਾਂਚੇ ਦੀ ਉਲੰਘਣਾ, ਅਤੇ ਕਿ ਇਹ ਸੋਧ OBC SC/ST ਨੂੰ EWS ਰਾਖਵੇਂਕਰਨ ਤੋਂ ਬਾਹਰ ਕਰਨ ਲਈ ਸੰਵਿਧਾਨ ਦੇ ਮੂਲ ਢਾਂਚੇ ਨਾਲ ਹੋ ਰਹੀ ਛੇੜਛਾੜ। ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ UU ਲਲਿਤ ਦੀ ਅਗਵਾਈ ਵਾਲੀ ਕਰੇਗੀ ਸੰਵਿਧਾਨਿਕ ਬੈਂਚ। ਹਿਮਾਚਲ ਪ੍ਰਦੇਸ਼ ਦੀ ਧੀ ਵੰਸ਼ਿਕਾ ਪਰਮਾਰ ਨੇ ਮਿਸ ਅਰਥ ਇੰਡੀਆ 2022 ਦਾ ਤਾਜ ਜਿੱਤ ਕੇ ਪੂਰੇ ਪ੍ਰਦੇਸ਼ ਦਾ ਨਾਂ ਕੀਤਾ ਰੋਸ਼ਨ। 19 ਸਾਲਾ ਵੰਸ਼ਿਕਾ ਨੇ ਨਵੀਂ ਦਿੱਲੀ 'ਚ ਆਯੋਜਿਤ ਆਖਰੀ ਪੜਾਅ 'ਚ ਹੋਰ ਮੁਕਾਬਲੇਬਾਜ਼ਾਂ ਨੂੰ ਪਛਾੜਦੇ ਹੋਏ ਖਿਤਾਬ ਕੀਤਾ ਆਪਣੇ ਨਾਂ। ਆਪਣੀ ਇਹ ਜਿੱਤ ਉਹਨਾਂ ਨੇ ਪੂਰੇ ਦੇਸ਼ ਦੀਆਂ ਧੀਆਂ ਨੂੰ ਕੀਤੀ ਸਮਰਪਿਤ। ਮਿਸ ਅਰਥ ਇੰਡੀਆ 2022 ਦਾ ਖਿਤਾਬ ਜਿੱਤਣ ਦੇ ਨਾਲ-ਨਾਲ ਹੁਣ ਉਹ ਕੌਮਾਂਤਰੀ ਮੁਕਾਬਲੇ 'ਚ ਭਾਰਤ ਦੀ ਕਰੇਗੀ ਨੁਮਾਇੰਦਗੀ। ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ 'ਚ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀ ਨੂੰ ਲਾਠੀ ਨਾਲ ਕੁੱਟਣ ਦਾ ਮਾਮਲਾ ਆਇਆ ਸਾਹਮਣੇ। ਪੱਥਰੀਆਂ ਤਹਿਸੀਲ ਦੇ ਅਧੀਨ ਸਰਕਾਰੀ ਹਾਇਰ ਸੈਕੰਡਰੀ ਸਕੂਲ ਅਸਲਾਨਾ ਲਈ ਛੁੱਟੀ ਵੇਲੇ ਪਹੁੰਚਿਆ ਫਰਨੀਚਰ, ਜਿਸ ਤੇ ਪ੍ਰਿੰਸੀਪਲ ਸ਼ੀਲ ਚੰਦਰ ਡੇਹਰੀਆ ਨੇ ਵਿਦਿਆਰਥੀ ਨੂੰ ਕਿਹਾ ਕਿ ਗੱਡੀ ਤੋਂ ਫਰਨੀਚਰ ਚੁੱਕਣ ਲਈ ਕਿਹਾ। ਮਨਾ ਕਰਨ ਤੇ ਪ੍ਰਿੰਸੀਪਲ ਨੇ ਕੀਤੀ ਲਾਠੀ ਦੇ ਨਾਲ ਕੁੱਟਮਾਰ। ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾੜਾ ਇਲਾਕੇ 'ਚ ਇੱਕ ਮੁਕਾਬਲੇ 'ਚ 2 ਅੱਤਵਾਦੀਆਂ ਨੂੰ ਕੀਤਾ ਢੇਰ। ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਮਿਲੀ ਸੀ ਸੂਚਨਾ। ਮੁਕਾਬਲੇ 'ਚ ਹੋਈ ਗੋਲੀਬਾਰੀ ਵਿੱਚ 2 ਅੱਤਵਾਦੀ ਮਾਰੇ ਗਏ। ਇਸੇ ਤਰ੍ਹਾਂ ਸੁਰੱਖਿਆ ਬਲਾਂ ਨੇ ਕਸ਼ਮੀਰ ਵਿੱਚ ਲਸ਼ਕਰ ਦੇ 2 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ। ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਆਰਥਿਕ ਅਪਰਾਧ ਸ਼ਾਖਾ ਦੀ ਟੀਮ ਨੇ ਅੱਜ ਦਾ ਬੋਰਡ ਆਫ ਐਜੂਕੇਸ਼ਨ ਚਰਚ ਆਫ ਨਾਰਥ ਇੰਡੀਆ ਜਬਲਪੁਰ ਡਾਇਓਸਿਸ ਦੇ ਨਿਵਾਸ ਅਤੇ ਦਫ਼ਤਰ 'ਚ ਕੀਤੀ ਛਾਪੇਮਾਰੀ। ਬਿਸ਼ਪ PC ਸਿੰਘ ਦੇ ਟਿਕਾਣਿਆਂ ਤੋਂ 1 ਕਰੋੜ 65 ਲੱਖ ਰੁਪਏ ਦੀ ਨਕਦੀ ਅਤੇ 18,000 ਰੁਪਏ ਦੇ ਮਿਲੇ ਡਾਲਰ। ਇਸ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਜਾਇਦਾਦ ਸਮੇਤ ਸੁਸਾਇਟੀ ਨਾਲ ਸੰਬੰਧਿਤ ਮਿਲੇ ਦਸਤਾਵੇਜ਼। ਉੱਤਰ ਪ੍ਰਦੇਸ਼ ਦੇ ਮੈਨੂਪੁਰੀ ਜ਼ਿਲ੍ਹੇ 'ਚ ਅੰਮ੍ਰਿਤ ਮਹੋਤਸਵ ਦੇ ਅਧੀਨ 10 ਅਗਸਤ ਨੂੰ ਕੱਢੀ ਗਈ ਤਿਰੰਗਾ ਯਾਤਰਾ 'ਚ 1008 ਫੁੱਟ ਲੰਬੇ ਤਿਰੰਗੇ ਨੂੰ ਵਰਲਡ ਵਾਈਡ ਬੁੱਕ ਆਫ ਰਿਕਾਰਡਸ ਕੀਤਾ ਗਿਆ ਸਨਮਾਨਿਤ। ਇਹ ਸਨਮਾਨ ਤਿਰੰਗਾ ਔਨ ਵੀਲਜ਼ ਯਾਤਰਾ ਲਈ ਦਿੱਤਾ ਗਿਆ। ਜ਼ਿਲ੍ਹੇ ਅਤੇ ਸੂਬੇ ਦਾ ਨਾਂ ਰੋਸ਼ਨ ਕਰਨ ਲਈ ਉੱਘੇ ਸਿੱਖਿਆ ਸ਼ਾਸਤਰੀ ਅਤੇ ਸੁਦਿਤੀ ਗਲੋਬਲ ਦੇ ਡਾਇਰੈਕਟਰ ਡਾਕਟਰ ਰਾਮ ਮੋਹਨ, ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਚੀਫ ਵਿਪ ਰਾਮ ਨਰੇਸ਼ ਅਗਨੀਹੋਤਰੀ ਨੇ ਵਿਸ਼ਵ ਰਿਕਾਰਡ ਸਰਟੀਫਿਕੇਟ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ। ਗੋਆ ਦੇ ਸੈਰ ਸਪਾਟਾ ਮੰਤਰੀ ਰੋਹਨ ਖੋਟੇ ਨੇ ਕਿਹਾ ਕਿ ਤੱਟੀ ਸੂਬੇ 'ਚ ਹੋਣ ਵਾਲੀ ਹਰ ਘਟਨਾ ਨੂੰ ਸੈਰ ਸਪਾਟਾ ਨਾਲ ਨਹੀਂ ਜੋੜਨਾ ਚਾਹੀਦਾ। ਗੋਆ 'ਚ ਭਾਜਪਾ ਦੀ ਨੇਤਾ ਸੋਨਾਲੀ ਫੋਗਾਟ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਮਗਰੋਂ ਮੰਤਰੀ ਨੇ ਦਿੱਤਾ ਇਹ ਬਿਆਨ। ਸੋਨਾਲੀ ਫੋਗਾਟ ਦਾ ਪਿਛਲੇ ਮਹੀਨੇ ਗੋਆ 'ਚ ਹੋਇਆ ਸੀ ਦੇਹਾਂਤ। ਸੂਬੇ ਦੀ ਪੁਲਿਸ ਨੇ ਮਾਮਲੇ 'ਚ 5 ਲੋਕਾਂ ਨੂੰ ਕੀਤਾ ਗ੍ਰਿਫਤਾਰ ਅਤੇ ਇਹਨਾਂ 'ਚੋਂ 2 ਖਿਲਾਫ ਕਤਲ ਦੇ ਦੋਸ਼। ਤਾਮਿਲਨਾਡੂ ਦੇ ਕੁੰਭਕੋਨਮ 'ਚ ਇੱਕ ਮੰਦਿਰ 'ਚੋਂ ਚੋਰੀ ਹੋਈਆਂ 3 ਮੂਰਤੀਆਂ ਅਮਰੀਕਾ ਦੇ ਅਜਾਇਬ ਘਰਾਂ ਤੇ ਨਿਲਾਮੀ ਘਰਾਂ 'ਚੋਂ ਮਿਲੀਆਂ। ਇਹਨਾਂ ਵਿੱਚ ਕਲਿੰਗਨਾਥਨ ਕ੍ਰਿਸ਼ਨ ਦੀ ਮੂਰਤੀ ਵੀ ਸ਼ਾਮਿਲ। CID ਦੀ ਮੂਰਤੀ ਇਕਾਈ ਨੇ ਕਿਹਾ ਕਿ ਕਲਿੰਗਨਾਥਨ ਕ੍ਰਿਸ਼ਨ, ਵਿਸ਼ਨੂੰ ਅਤੇ ਸ਼੍ਰੀ ਦੇਵੀ ਦੀਆਂ ਕਾਂਸੀ ਦੀਆਂ ਮੂਰਤੀਆਂ ਕੁੰਭਕੋਨਮ ਦੇ ਸੁੰਦਰਾ ਪੇਰੂਮਲਕੋਵਿਲ ਪਿੰਡ ਦੇ ਅਰੁਲਮਿਗੂ ਸੋਦਰਾਜਾ ਪੇਰੂਮੱਲੀ ਮੰਦਿਰ ਤੋਂ ਹੋਈਆਂ ਸਨ ਚੋਰੀ। ਦੱਖਣੀ ਵੀਅਤਨਾਮ 'ਚ ਕਰਾਓਕੇ ਬਾਰ ਦੇ ਵਿੱਚ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ ਹੋਈ ਹੈ। ਸਰਕਾਰੀ ਮੀਡੀਆ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਬਿੰਦੂਆਂਗ ਸੂਬੇ ਦੇ ਥੁਆਨ ਸ਼ਹਿਰ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ ਵਿੱਚ ਅੱਗ ਲੱਗ ਗਈ, ਜਿਸ ਦੇ ਵਿੱਚ ਕਈ ਕਰਮਚਾਰੀ ਤੇ ਗ੍ਰਾਹਕ ਫਸ ਗਏ ਅਤੇ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ ਗਿਆ, ਪਰ ਅਗਲੇ ਦਿਨ ਵੀ ਅੱਗ ਬਲਦੀ ਰਹੀ। ਚੀਨ ਦੀ ਰਾਜਧਾਨੀ ਬੀਜਿੰਗ 'ਚ ਇੱਕ ਦਿਨ ਪਹਿਲਾਂ ਕੋਰੋਨਾ ਵਾਇਰਸ ਦੇ 21 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਕੇਸਾਂ ਦੇ ਵਿੱਚ 3 ਹਾਈ ਸਕੂਲ ਦੇ ਵਿੱਚ ਅਤੇ 1 ਬਾਕੀ ਯੂਨੀਵਰਸਿਟੀ ਦੇ ਵਿੱਚ ਸਾਹਮਣੇ ਆਏ ਨੇ। ਵੱਧ ਰਹੇ ਨਵੇਂ ਮਾਮਲਿਆਂ ਦੇ ਮੱਦੇਨਜ਼ਰ ਬੀਜਿੰਗ ਦੇ ਸਿਹਤ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਆਉਣ ਵਾਲੇ ਮੱਧ ਪਤਝੜ ਤਿਉਹਾਰ ਦੀਆਂ ਛੁੱਟੀਆਂ ਦੇ ਦੌਰਾਨ ਸ਼ਨੀਵਾਰ ਨੂੰ ਇਕੱਠੇ ਹੋਣ ਤੋਂ ਬਚਣ ਦੇ ਲਈ ਕਿਹਾ ਹੈ। ਫਰਾਂਸ ਦੀ ਆਰਥਿਕਤਾ, ਵਿੱਤ ਅਤੇ ਉਦਯੋਗਿਕ ਅਤੇ ਡਿਜੀਟਲ ਪ੍ਰਭੂਸੱਤਾ ਮੰਤਰਾਲੇ ਨੇ ਸਾਈਬਰ ਜੋਖਮ ਬੀਮਾ ਵਿਕਸਿਤ ਕਰਨ ਦੇ ਲਈ ਇੱਕ ਕਾਗਜ਼ ਯੋਜਨਾ ਦਾ ਐਲਾਨ ਕੀਤਾ ਹੈ। ਮੰਤਰਾਲੇ ਦੇ ਅਨੁਸਾਰ ਅਰਥ ਵਿਵਸਥਾ ਦਾ ਡਿਜੀਟਾਈਜੇਸ਼ਨ ਕੰਪਨੀਆਂ ਦੇ ਲਈ ਨਵੀਂ ਕਮਜ਼ੋਰੀਆਂ ਪੈਦਾ ਕਰਦਾ ਹੈ ਅਤੇ ਖਾਸ ਤੌਰ ਤੇ ਸਾਈਬਰ ਜੋਖਮ ਦੇ ਉਭਾਰ ਦੇ ਲਈ ਯੋਗਦਾਨ ਪਾਉਂਦਾ ਹੈ। ਮੰਤਰਾਲਾ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਦੇ ਲਈ ਸਤੰਬਰ ਦੇ ਅੰਤ ਤੱਕ ਇੱਕ ਟਾਸਕ ਫੋਰਸ ਦਾ ਗਠਨ ਕਰੇਗਾ। ਇਰਾਕੀ ਸੰਘੀ ਅਦਾਲਤ ਨੇ ਸ਼ੀਆ ਮੌਲਵੀ ਮੁਕਤਦਾ ਅਲ ਸਦਰ ਦੇ ਸਦਰ ਵੱਲੋਂ ਦਾਇਰ ਇੱਕ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ਦੇ ਵਿੱਚ ਨਵੀਂ ਸਰਕਾਰ ਬਣਾਉਣ ਦੇ ਲਈ ਸੰਸਦ ਨੂੰ ਬੁਲਾਉਣ ਦੀ ਮੰਗ ਕੀਤੀ ਗਈ ਸੀ, ਕਿਉਂਕਿ ਸੰਵਿਧਾਨਕ ਸਮਾਂ ਸੀਮਾ ਪੂਰੀ ਹੋਣ ਤੋਂ ਬਾਅਦ ਸਰਕਾਰ ਦਾ ਗਠਨ ਨਹੀਂ ਕੀਤਾ ਜਾ ਸਕਦਾ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਅਥਾਰਟੀ ਸੰਵਿਧਾਨਕ ਮਿਆਦ ਨੂੰ ਅਣਮਿੱਥੇ ਸਮੇਂ ਦੇ ਲਈ ਇੱਕ ਪਾਸੇ ਨਹੀਂ ਰੱਖ ਸਕਦੀ, ਕਿਉਂਕਿ ਉਹ ਸੰਵਿਧਾਨ ਦੀ ਉਲੰਘਣਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਆਪਣੇ ਜਾਪਾਨੀ ਹਮਰੁਤਬਾ ਯਾਸੂਕਾਜ਼ੂ ਹਾਮਾਦਾ ਦੇ ਨਾਲ ਮੁਲਾਕਾਤ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਦੁਵੱਲੀ ਰਣਨੀਤਿਕ ਅਤੇ ਗਲੋਬਲ ਭਾਈਵਾਲੀ ਇੱਕ ਮੁਕਤ, ਖੁੱਲ੍ਹੇ ਅਤੇ ਕਾਨੂੰਨ ਆਧਾਰਿਤ ਇੰਡੋ-ਪੈਸੀਫਿਕ ਖੇਤਰ ਨੂੰ ਯਕੀਨੀ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਰਾਜਨਾਥ ਸਿੰਘ ਨੇ ਮੰਗੋਲੀਆ ਅਤੇ ਜਾਪਾਨ ਦੇ 5 ਦਿਨਾਂ ਦੌਰੇ ਦੇ ਆਖਰੀ ਪੜਾਅ ਤੇ ਟੋਕੀਓ ਪਹੁੰਚੇ ਸਨ। US 에ਅਰ ਫੋਰਸ ਨੇ ਲਾਸ ਐਂਜਲਸ ਸ਼ਹਿਰ ਤੋਂ 260 ਕਿਲੋਮੀਟਰ ਉੱਤਰ ਅਤੇ ਵੈਂਡਨਬਰਗ ਸਪੇਸ ਫੋਰਸ ਬੇਸ ਤੇ ਇੱਕ ਨਿਹੱਥੇ ਮਿਟਮੈਨ 3 ਇੰਟਰਕੰਟੀਨੈਂਟਲ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਹੈ। 에ਅਰ ਫੋਰਸ ਗਲੋਬਲ ਸਟ੍ਰਾਈਕ ਕਮਾਂਡ ਨੇ ਸਵੇਰੇ 1:13 ਤੇ ਇੱਕ ਨਿਹੱਥੇ ਮਿਟਮੈਨ 3 ਇੰਟਰਕੰਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾਗੀ PDT 7 ਸਤੰਬਰ ਨੂੰ ਵੈਂਡਨਬਰਗ ਸਪੇਸ ਫੋਰਸ ਬੇਸ ਕੈਲੀਫੋਰਨੀਆ ਵਿਖੇ ਇੱਕ ਸੰਚਾਲਨ ਟੈਸਟ ਦੌਰਾਨ ਲਾਂਚ ਕੀਤਾ ਗਿਆ। ਉੱਤਰੀ ਕੋਰੀਆ ਨੇ ਪੇਂਡੂ ਵਿਕਾਸ ਅਤੇ ਨਿਰਮਾਣ ਕਾਨੂੰਨਾਂ ਤੇ ਚਰਚਾ ਕਰਨ ਅਤੇ ਅਪਣਾਉਣ ਦੇ ਲਈ ਇੱਕ ਮਹੱਤਵਪੂਰਨ ਸੰਸਦੀ ਸੈਸ਼ਨ ਬੁਲਾਇਆ ਗਿਆ, ਪਰ ਇਸ ਸੈਸ਼ਨ ਦੇ ਵਿੱਚ ਨੇਤਾ ਕਿਮ ਜੋਂਗ ਉਨ ਮੌਜੂਦ ਨਹੀਂ ਰਹੇ। ਉੱਤਰ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਅਨੁਸਾਰ DPRK ਉੱਤਰ ਕੋਰੀਆ ਦਾ ਅਧਿਕਾਰਤ ਨਾਮ ਹੈ, ਜਿਸ ਨੂੰ ਡੈਮੋਕ੍ਰੈਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ ਕਿਹਾ ਜਾਂਦਾ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਮੀਟਿੰਗ ਇੱਕ ਦਿਨ ਤੋਂ ਵੱਧ ਚੱਲੇਗੀ। SPA ਉੱਤਰ ਕੋਰੀਆ ਦੇ ਸੰਵਿਧਾਨ ਦੇ ਅਧੀਨ ਸ਼ਕਤੀ ਦੀ ਸਰਵਉੱਚ ਸੰਸਥਾ ਹੈ, ਹਾਲਾਂਕਿ ਇਹ ਸੱਤਾਧਾਰੀ ਪਾਰਟੀ ਦੁਆਰਾ ਫੈਸਲਿਆਂ ਨੂੰ ਰਬੜ ਸਟੈਂਪ ਕਰਦੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਦੀਆਂ ਅਧਿਕਾਰਤ ਤਸਵੀਰਾਂ ਬੁੱਧਵਾਰ ਨੂੰ ਵਾਈਟ ਹਾਊਸ ਦੇ ਵਿੱਚ ਇੱਕ ਸਮਾਗਮ ਦੌਰਾਨ ਸਾਹਮਣੇ ਆਈਆਂ। ਓਬਾਮਾ ਜੋੜੇ ਤੋਂ ਇਲਾਵਾ ਰਾਸ਼ਟਰਪਤੀ ਜੋ ਬਾਈਡਨ, ਫਰਸਟ ਲੇਡੀ ਜਿਲ ਬਾਈਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਹੋਰਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟੋਕੀਓ ਦੇ ਵਿੱਚ ਮਰਹੂਮ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਸ ਮਹੀਨੇ ਦੇ ਅੰਤ ਦੇ ਵਿੱਚ ਦੱਖਣੀ ਕੋਰੀਆ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ 29 ਸਤੰਬਰ ਨੂੰ ਸਿਓਲ ਪਹੁੰਚਣ ਵਾਲੇ ਨੇ। ਕੈਨੇਡਾ ਦੇ ਸਕੈਚਵਨ ਦੇ ਵਿੱਚ ਅਤੇ ਉਸ ਦੇ ਆਲੇ-ਦੁਆਲੇ ਤੇਜ਼ਧਾਰ ਹਥਿਆਰਾਂ ਦੇ ਨਾਲ 10 ਲੋਕਾਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਆਖਰੀ ਸ਼ੱਕੀ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਬੁੱਧਵਾਰ ਨੂੰ ਉਸ ਦੀ ਕਾਰ ਨੂੰ ਇੱਕ ਸੜਕ ਤੇ ਘੇਰ ਲਿਆ ਸੀ, ਪਰ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਹੋਇਆ ਉਸ ਦੀ ਮੌਤ ਹੋ ਗਈ। ਇਹ ਪਤਾ ਨਹੀਂ ਲੱਗਾ ਹੈ ਕਿ ਉਸ ਨੂੰ ਇਹ ਸੱਟਾਂ ਕਦੋਂ ਲੱਗੀਆਂ ਅਤੇ ਉਸ ਦੀ ਮੌਤ ਕਦੋਂ ਹੋਈ ਹੈ। ਪੁਲਿਸ 3 ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਬਾਲੀਵੁੱਡ ਅਭਿਨੇਤਾ ਬੌਬੀ ਦਿਓਲ ਫਿਲਮ ਸ਼ਲੌਕ ਦਾ ਦੇਸੀ ਸ਼ੈਰਲੌਕ ਨਾਲ ਵੱਡੇ ਪਰਦੇ ਤੇ ਵਾਪਸੀ ਕਰਨ ਦੇ ਲਈ ਤਿਆਰ ਹਨ। ਤੁਹਾਨੂੰ ਦੱਸ ਦਈਏ ਕਿ ਕੁਨਾਲ ਕੋਹਲੀ ਦੀ ਆਉਣ ਵਾਲੀ ਫਿਲਮ ਸ਼ਲੌਕ ਦਾ ਦੇਸੀ ਸ਼ੈਰਲੌਕ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਬੌਬੀ ਨੇ ਸ਼ੂਟਿੰਗ ਦੇ ਪਹਿਲੇ ਦਿਨ ਹੀ ਫੋਟੋ ਇੰਸਟਾਗ੍ਰਾਮ ਆਪਣੇ ਅਕਾਊਂਟ ਤੇ ਸ਼ੇਅਰ ਕੀਤੀ ਹੈ। ਇਸ ਦੇ ਕੈਪਸ਼ਨ ਵਿੱਚ ਉਹਨਾਂ ਨੇ ਲਿਖਿਆ, ਸ਼ਲੌਕ ਦਾ ਪਹਿਲਾ ਦਿਨ। ਇਸ ਦੇ ਨਾਲ ਹੀ ਕੁਨਾਲ ਨੇ ਲਿਖਿਆ, ਅੱਜ ਮੈਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਿਹਾ ਹਾਂ, ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ। ਪੰਜਾਬੀ ਗੀਤਾਂ ਦੀ ਸ਼ਾਨ ਗੁਰਦਾਸ ਮਾਨ ਦਾ ਨਵਾਂ ਗੀਤ ਗੱਲ ਸੁਣੋ ਪੰਜਾਬੀ ਦੋਸਤੋ ਬੀਤੇ ਦਿਨ ਰਿਲੀਜ਼ ਹੋ ਗਿਆ। ਗੀਤਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਦਲਜੀਤ ਦੋਸਾਂਝ ਨੇ ਟਵੀਟ ਸ਼ੇਅਰ ਕਰਕੇ ਗੀਤ ਦੀ ਤਾਰੀਫ ਕੀਤੀ ਹੈ ਅਤੇ ਕੈਪਸ਼ਨ ਦੇ ਵਿੱਚ ਲਿਖਿਆ, ਗੁਰਦਾਸ ਮਾਨ ਪੰਜਾਬੀ ਬੋਲੀ ਦਾ। ਇਸ ਤੋਂ ਇਲਾਵਾ ਗਿੱਪੀ ਨੇ ਟਵੀਟ ਸਾਂਝਾ ਕੀਤਾ ਅਤੇ ਲਿਖਿਆ, ਜੁਗ ਜੁਗ ਜੀਵੇ ਮਾਨ ਪੰਜਾਬੀ ਬੋਲੀ ਦਾ। ਗੂਗਲ ਨੇ ਗਾਇਕ ਅਤੇ ਸੰਗੀਤਕਾਰ ਭੁਪੇਨ ਹਜ਼ਾਰਿਕਾ ਨੂੰ ਕੀਤਾ ਯਾਦ। ਵਿਸ਼ੇਸ਼ ਡੂਡਲ ਬਣਾ ਕੇ ਦਿੱਤੀ ਸ਼ਰਧਾਂਜਲੀ। ਮੁੰਬਈ ਦੀ ਗੈਸਟ ਆਰਟਿਸਟ ਰੁਤੂਜਾ ਮਾਲੀ ਦੇ ਵੱਲੋਂ ਬਣਾਏ ਚਿੱਤਰ ਦੇ ਵਿੱਚ ਡੂਡਲ ਦੇ ਵਿੱਚ ਮਰਹੂਮ ਸੰਗੀਤਕਾਰ ਹਾਰਮੋਨੀਅਮ ਵਜਾਉਂਦੇ ਦਿਖਾਏ ਗਏ ਨੇ। ਭੁਪੇਨ ਹਜ਼ਾਰਿਕਾ ਨੇ ਸੈਂਕੜੇ ਫਿਲਮਾਂ ਦੇ ਲਈ ਸੰਗੀਤ ਦਿੱਤਾ ਅਤੇ ਨਾਲ ਹੀ ਕਈ ਗੀਤਾਂ ਦੇ ਵਿੱਚ ਆਪਣੀ ਆਵਾਜ਼ ਦਾ ਜਾਦੂ ਵੀ ਬਿਖਰਿਆ। ਖਤਮ ਹੋਇਆ ਇੰਤਜ਼ਾਰ। ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਮਜ਼ੇਦਾਰ ਐਕਸ਼ਨ ਅਵਤਾਰ ਦੇ ਵਿੱਚ ਆਏ ਨਜ਼ਰ। ਰਿਤਿਕ ਰੋਸ਼ਨ ਦੀ ਫਿਲਮ ਵਿਕਰਮ ਵੇਦਾ ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਗਿਆ। ਇਸ ਫਿਲਮ ਦੇ ਵਿੱਚ ਅਭਿਨੇਤਾ ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਮੁੱਖ ਭੂਮਿਕਾਵਾਂ ਦੇ ਵਿੱਚ ਨਜ਼ਰ ਆ ਰਹੇ ਨੇ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਆਖਿਰਕਾਰ ਇਸ ਦਾ ਟ੍ਰੇਲਰ ਰਿਲੀਜ਼ ਹੋ ਗਿਆ। ਟ੍ਰੇਲਰ ਦੇ ਵਿੱਚ ਰਿਤਿਕ ਰੋਸ਼ਨ ਐਕਸ਼ਨ ਅਵਤਾਰ ਦੇ ਵਿੱਚ ਨਜ਼ਰ ਆ ਰਹੇ ਨੇ। ਕੋਰੋਨਾ ਮਹਾਮਾਰੀ ਤੋਂ ਬਾਅਦ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਸੂਰਯਵੰਸ਼ੀ ਦੇਣ ਤੋਂ ਬਾਅਦ ਅਕਸ਼ੇ ਕੁਮਾਰ ਦੀਆਂ ਫਿਲਮਾਂ ਹੋਈਆਂ ਫਲॉप। ਰਕਸ਼ਾ ਬੰਧਨ, ਸਮਰਾਟ ਪ੍ਰਿਥਵੀਰਾਜ ਅਤੇ ਬੱਚਨ ਪਾਂਡੇ ਦੇ ਰੂਪ ਦੇ ਵਿੱਚ ਲਗਾਤਾਰ 3 ਫਲॉप ਫਿਲਮਾਂ ਦੇਣ ਤੋਂ ਬਾਅਦ ਅਕਸ਼ੇ ਕੁਮਾਰ ਇੱਕ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ ਤੇ ਹੁਣ ਜਲਦ ਹੀ ਆਪਣੀ ਫਿਲਮ ਰਾਮ ਸੇਤੂ ਦੇ ਰਾਹੀਂ ਅਕਸ਼ੇ ਇੱਕ ਵਾਰ ਫਿਰ ਦਰਸ਼ਕਾਂ ਦੇ ਹੋਣ ਜਾ ਰਹੇ ਨੇ ਰੂਬਰੂ। ਸ਼ੁਰੂਆਤੀ ਕਾਰੋਬਾਰ 'ਚ ਸ਼ੇਅਰ ਬਾਜ਼ਾਰ ਦੇ ਵਿੱਚ ਤੇਜ਼ੀ। ਸੈਂਸੈਕਸ 500 ਅੰਕ ਚੜ੍ਹਿਆ। ਇਸ ਤੋਂ ਪਹਿਲਾਂ ਬਾਜ਼ਾਰ ਨੂੰ ਲਗਾਤਾਰ 2 ਕਾਰੋਬਾਰੀ ਸੈਸ਼ਨਾਂ 'ਚ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 550.73 ਅੰਕ ਵੱਧ ਕੇ 59,779.64 ਤੇ ਖੁੱਲੇ। ਇਸੇ ਤਰ੍ਹਾਂ ਵਿਆਪਕ NSE ਨਿਫਟੀ 156.1 ਅੰਕ ਚੜ੍ਹ ਕੇ 17,780.50 ਤੇ ਰਿਹਾ। ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਅਤੇ ਹੋਰ ਏਸ਼ੀਆਈ ਮੁਦਰਾਵਾਂ 'ਚ ਵਾਧੇ ਦੇ ਵਿਚਕਾਰ ਵੀਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 27 ਪੈਸੇ ਵੱਧ ਕੇ 79.88 ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਦੇ ਵਿੱਚ ਰੁਪਿਆ ਡਾਲਰ ਦੇ ਮੁਕਾਬਲੇ 79.72 ਤੇ ਖੁੱਲਿਆ ਅਤੇ ਫਿਰ ਸ਼ੁਰੂਆਤੀ ਸੌਦਿਆਂ ਦੇ ਵਿੱਚ ਵਾਧਾ ਦਰਜ ਕਰਦੇ ਹੋਏ 79.68 ਤੇ ਆ ਗਿਆ। ਇਸ ਸਾਲ ਅਗਸਤ ਦੇ ਵਿੱਚ ਭਾਰਤ 'ਚ ਆਟੋਮੋਬਾਈਲ ਰਿਟੇਲ ਵਿਕਰੀ 8.31% ਦੀ ਰਹੀ। ਆਟੋ ਕੰਪਨੀਆਂ ਦੀ ਸੰਸਥਾ FADA ਨੇ ਵੀਰਵਾਰ ਨੂੰ ਕਿਹਾ ਕਿ ਇਹ ਵਾਧਾ ਸਾਰੇ ਪ੍ਰਮੁੱਖ ਹਿੱਸਿਆਂ ਦੇ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ 'ਚ ਵਾਧੇ ਦੇ ਕਾਰਨ ਹੋਇਆ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅਗਸਤ 2022 ਦੇ ਵਿੱਚ ਦੇਸ਼ 'ਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 15,21,490 ਯੂਨਿਟ ਰਹੀ।
ਉਦਯੋਗਿਕ ਨਿਵੇਸ਼ ਹੁਣ ਉੱਤਰ ਪ੍ਰਦੇਸ਼ ਦੇ ਛੋਟੇ ਸ਼ਹਿਰਾਂ ਦੇ ਵੱਲ ਕਰ ਰਿਹਾ ਰੁਖ। ਅਜਿਹੇ ਰੁਜ਼ਗਾਰ ਦੇ ਲਈ ਪ੍ਰਵਾਸ ਨੂੰ ਘਟਾਉਣ ਅਤੇ ਨਿਵੇਸ਼ ਦੇ ਲਈ ਅੱਗੇ ਆਉਣ ਵਾਲੇ ਨਿਵੇਸ਼ਕਾਂ ਦੀ ਸਮੱਸਿਆ ਦੇ ਜਲਦੀ ਹੱਲ ਦੇ ਲਈ ਉਦਯੋਗਿਕ ਨੀਤੀਆਂ ਦੇ ਵਿੱਚ ਦਿੱਤੀਆਂ ਰਿਆਇਤਾਂ ਕਾਰਨ ਹੋ ਰਿਹਾ ਹੈ। ਇਸ ਕਾਰਨ ਵੱਡੇ ਨਿਵੇਸ਼ਕ ਨੋਇਡਾ ਅਤੇ ਯੂਪੀ ਦੇ ਵੱਡੇ ਸ਼ਹਿਰਾਂ ਦੇ ਨਾਲੋਂ ਮਥੁਰਾ, ਚਿਤਰਕੂਟ, ਪ੍ਰਯਾਗਰਾਜ, ਸੰਡੀਲਾ ਵਰਗੇ ਕਈ ਛੋਟੇ ਸ਼ਹਿਰਾਂ ਦੇ ਵਿੱਚ ਆਪਣਾ ਉਦਮ ਸਥਾਪਿਤ ਕਰ ਰਹੇ ਨੇ। ਭਾਰਤ ਵੀਰਵਾਰ ਨੂੰ ਲਾਸ ਐਂਜਲਸ ਦੇ ਵਿੱਚ ਹੋਣ ਵਾਲੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਉਹਨਾਂ ਦੇ ਜਾਪਾਨੀ ਹਮਰੁਤਬਾ ਦਰਮਿਆਨ ਮੀਟਿੰਗ ਦੌਰਾਨ ਜਾਪਾਨ ਦੇ ਨਾਲ ਵਪਾਰ ਸਮਝੌਤੇ ਦੀ ਸਮੀਖਿਆ ਦੀ ਕਰੇਗਾ ਮੰਗ। ਜਾਪਾਨ ਦੇ ਆਰਥਿਕ ਵਪਾਰ ਅਤੇ ਉਦਯੋਗ ਮੰਤਰੀ ਨਿਸ਼ੀਮੁਰਾ ਯਾਤਸੂਤੋਸ਼ੀ ਹਨ। ਨੌਜਵਾਨ ਬੈਡਮਿੰਟਨ ਖਿਡਾਰਨ ਅਨੁਪਮਾ ਉਪਾਧਿਆਏ ਬੈਡਮਿੰਟਨ ਵਰਲਡ ਫੈਡਰੇਸ਼ਨ ਦੀ ਤਾਜ਼ਾ ਜੂਨੀਅਰ ਰੈਂਕਿੰਗ ਦੇ ਵਿੱਚ ਸਿਖਰ ਤੇ ਪਹੁੰਚ ਕੇ ਲੜਕੀਆਂ ਦੀ ਅੰਡਰ 19 ਸਿੰਗਲਸ ਰੈਂਕਿੰਗ ਦੇ ਵਿੱਚ ਨੰਬਰ 1 ਬਣਨ ਵਾਲੀ ਦੂਜੀ ਭਾਰਤੀ ਬਣ ਗਈ ਹੈ। ਪੰਚਕੂਲਾ ਦੀ 17 ਸਾਲਾ ਅਨੁਪਮਾ ਨੇ ਇਸ ਸਾਲ ਯੂਗਾਂਡਾ ਅਤੇ ਪੋਲੈਂਡ ਦੇ ਵਿੱਚ ਅੰਤਰਰਾਸ਼ਟਰੀ ਖਿਤਾਬ ਜਿੱਤੇ ਸਨ ਅਤੇ ਭਾਰਤੀ ਤਸਨੀਮ ਮੀਰ ਨੂੰ ਚੋਟੀ ਦੀ ਰੈਂਕਿੰਗ ਤੋਂ ਹਟਾ ਦਿੱਤਾ। ਬਾਇਰਨ ਮਿਊਨਿਖ ਨੇ ਇੰਟਰ ਮਿਲਾਨ ਨੂੰ 2-0 ਦੇ ਨਾਲ ਹਰਾ ਕੇ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਦੇ ਵਿੱਚ ਜਿੱਤ ਕੀਤੀ ਦਰਜ। ਲਗਾਤਾਰ 19ਵੀਂ ਵਾਰ ਹੈ ਜਦੋਂ ਜਰਮਨੀ ਨੇ ਮੁਕਾਬਲੇ ਦੇ ਵਿੱਚ ਆਪਣਾ ਪਹਿਲਾ ਮੈਚ ਜਿੱਤਿਆ ਤੇ 17ਵੀਂ ਵਾਰ ਕੋਈ ਗੋਲ ਨਹੀਂ ਕੀਤਾ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਵੀਰਵਾਰ ਨੂੰ ਆਸਟ੍ਰੇਲੀਆ ਖਿਲਾਫ ਦੂਜੇ ਵਨਡੇ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ ਵਨਡੇ ਦੇ ਵਿੱਚ ਜੇਤੂ 99 ਦੌੜਾਂ ਬਣਾ ਕੇ ਆਸਟ੍ਰੇਲੀਆ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਲਰਾਊਂਡਰ ਕੈਮਰੂਨ ਗ੍ਰੀਨ ਨੂੰ ਸੋਜ ਹੋਣ ਕਾਰਨ ਮੈਚ ਤੋਂ ਆਰਾਮ ਦਿੱਤਾ ਗਿਆ। ਪਲੇਇੰਗ 11 'ਚ ਗ੍ਰੀਨ ਨੂੰ ਤੇਜ਼ ਗੇਂਦਬਾਜ਼ ਸੀਨ ਐਪੋਰਟ ਦੀ ਜਗ੍ਹਾ ਲਿਆ ਗਿਆ। ਸੁਪਰ 4 ਦੇ ਮੈਚ 'ਚ ਪਾਕਿਸਤਾਨ ਦੀ ਏਸ਼ੀਆ ਕੱਪ 'ਚ ਅਫਗਾਨਿਸਤਾਨ ਤੇ ਜਿੱਤ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਮੈਦਾਨ 'ਚ ਅਤੇ ਮੈਦਾਨ ਦੇ ਬਾਹਰ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਝੜਪ ਹੋ ਗਈ। ਅਫਗਾਨਿਸਤਾਨ ਆਖਰੀ ਓਵਰ ਦੇ ਵਿੱਚ ਮੈਚ ਹਾਰ ਗਿਆ। ਪਾਕਿਸਤਾਨ ਦੇ ਆਸਿਫ ਅਲੀ ਅਤੇ ਅਫਗਾਨਿਸਤਾਨ ਦੇ ਫਰੀਦ ਅਹਿਮਦ ਵਿਚਾਲੇ ਬਹਿਸ ਹੋਈ, ਜਿਸ ਦੌਰਾਨ ਦੋਹਾਂ ਟੀਮਾਂ ਦੇ ਪ੍ਰਸ਼ੰਸਕ ਸਟੈਂਡਾਂ 'ਚ ਭਿੜ ਗਏ। ਅਫਗਾਨ ਪ੍ਰਸ਼ੰਸਕਾਂ ਨੇ ਪਾਕਿਸਤਾਨੀ ਪ੍ਰਸ਼ੰਸਕਾਂ ਤੇ ਕੁਰਸੀਆਂ ਸੁੱਟੀਆਂ। ਫ੍ਰਾਂਸਿਸ ਟਿਆਫੋ ਨੇ ਬਿਹਤਰ ਰੈਂਕਿੰਗ ਵਾਲੇ ਆਂਦਰੇ ਰੁਬਲੇਵ ਨੂੰ ਸਿੱਧੇ ਸੈਟਾਂ 'ਚ ਹਰਾ ਕੇ 2006 ਦੇ US ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਪਹੁੰਚ ਕੇ ਐਂਡੀ ਰੋਂਡਿਕ ਦੇ ਬਾਅਦ ਪਹਿਲੇ ਸਥਾਨ ਬਣਾਉਣ ਦੇ ਲਈ ਮੇਜ਼ਬਾਨ ਦੇਸ਼ ਦਾ ਖਿਡਾਰੀ ਬਣ ਗਏ ਨੇ। ਚੌਥੇ ਦੌਰ ਦੇ ਵਿੱਚ 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਨੂੰ ਹਰਾ ਕੇ ਆਪਣੇ ਕੈਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਵਾਲੇ 22ਵਾਂ ਦਰਜਾ ਪ੍ਰਾਪਤ ਟਿਆਫੋ ਨੇ 9ਵਾਂ ਦਰਜਾ ਪ੍ਰਾਪਤ ਰੁਬਲੇਵ ਨੂੰ 7-6, 7-6, 6 ਦੇ ਨਾਲ ਹਰਾ ਕੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ।